Dear students, today we are going to discuss a very important new topic, that is differentiation and integration. ਇਹ ਦੋ ਜਿਹੜੇ ਟੌਪਿਕਸ ਨੇ ਇਹਦਾ ਫਿਜ਼ਿਕਸ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਹੈ ਰੋਲ ਹੈ. Without differentiation and integration, we cannot understand the physics. ਉਹਦੇ concept ਜਿਹੜੇ ਨੇ ਅਸੀਂ ਸਮਝ ਨਹੀਂ ਸਕਦੇ. So today, first of all, we will discuss these two important topics. Now, number one is the differentiation. ਡਿਫਰੈਂਸ਼ੀਏਸ਼ਨ ਦੇ ਨੇਮ ਨੂੰ ਅਸੀਂ ਜੇ ਧਿਆਨ ਨਾਲ ਦੇਖੀਏ, ਇਹ ਵਰਡ ਬਣਿਆ ਡਿਫਰੈਂਟ, ਕਿ ਕਿਸੇ ਇੱਕ ਵੇਰੀਏਬਲ ਦੇ ਵਿੱਚ ਜਿਹੜੀ ਚੇਂਜ ਆਣੀ, ਸਾਡੇ ਕੋਲ ਕੋਈ ਵਨ ਵੇਰੀਏਬਲ ਹੋਵੇ, ਉਹਦੇ ਵਿੱਚ ਕਿਸੇ ਦੂਸਰੇ ਵੇਰੀਏਬਲ ਕਰਕੇ ਜਿਹੜੀ ਚੇਂਜ ਆਏਗੀ ਉਸ ਨੂੰ ਅਸੀਂ ਜਿਹੜਾ ਹੈ ਰਿਪਰੈਜ਼ੈਂਟ ਕਰਾਂਗੇ ਵਿਦ the help of differentiation. ਆਓ ਇਸ ਨੂੰ ਜਿਹੜਾ ਅਸੀਂ ਡਿਸਕਸ ਕਰਦੇ ਹਾਂ. ਸਪੋਜ਼ ਮੰਨ ਲਓ ਸਾਡੇ ਕੋਲ ਇੱਕ ਫੰਕਸ਼ਨ ਹੈ y equal to fx. y is a function of x. ਬ੍ਰੈਕਟ ਨੂੰ ਅਸੀਂ ਆਫ ਪੜ੍ਹਦੇ ਹਾਂ. y is a function of x. ਕਹਿਣ ਦਾ ਮਤਲਬ ਕਿ y ਦੀ ਵੈਲਿਊ x ਦੇ ਉੱਪਰ ਜਿਹੜਾ ਹੈ ਡਿਪੈਂਡ ਕਰਦੀ ਹੈ. ਜੋ x ਕਹੇਗਾ y ਨੂੰ ਉਹਦੇ ਅਕੋਰਡਿੰਗ ਜਿਹੜਾ ਹੈ ਵਰਕ ਕਰਨਾ ਪਏਗਾ. ਫੋਰ ਐਗਜ਼ਾਮਪਲ, ਇਫ ਆਈ ਸੇ y equal to 5x, ਇਹਦੀ ਐਗਜ਼ਾਮਪਲ ਅਸੀਂ ਲਿਖ ਲਈ y equal to 5x. It means if ਜੇ x 0 ਹੈ ਤੇ y ਵੀ ਸਾਡਾ ਜਿਹੜਾ ਹੈ ਉਹ 0 ਆਏਗਾ, ਕਿਉਂਕਿ ਇੱਥੇ ਤੇ 0 ਪੁੱਟ ਕਰਾਂਗੇ ਤੇ ਮਲਟੀਪਲਾਈ ਕਰਾਂਗੇ, ਸਾਡਾ y ਦੀ ਵੈਲਿਊ ਕਿੰਨੀ ਆ ਗਈ? 0. ਜੇਕਰ ਅਸੀਂ x ਨੂੰ 1 ਪੁੱਟ ਕਰਾਂਗੇ ਤੇ ਸਾਡੇ ਕੋਲ ਜਿਹੜਾ ਹੈ y ਦੀ ਵੈਲਿਊ ਜਿਹੜੀ ਆਏਗੀ ਸਾਡੇ ਕੋਲ 5. 5 into 1, y ਦੀ ਵੈਲਿਊ ਜਿਹੜੀ ਆ ਗਈ ਸਾਡੇ ਕੋਲ 5. ਕਹਿਣ ਦਾ ਮਤਲਬ ਜਿਉਂ-ਜਿਉਂ x ਨੂੰ ਚੇਂਜ ਕਰੋਗੇ, ਜਿਉਂ-ਜਿਉਂ x ਦੀ ਵੈਲਿਊ ਚੇਂਜ ਹੋਏਗੀ, y ਦੀ ਵੈਲਿਊ ਵੀ ਜਿਹੜੀ ਹੈ ਉਹ ਚੇਂਜ ਹੁੰਦੀ ਜਾਏਗੀ. ਇਟ ਮੀਨਸ the value of y depends upon the value of x. y ਦੀ ਵੈਲਿਊ x ਦੇ ਉੱਪਰ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ. ਇਹ ਸਾਡੇ ਦੋ ਵੇਰੀਏਬਲਸ ਨੇ. ਇੱਕ ਨੂੰ ਮੈਂ ਚੇਂਜ ਆਪ ਕਰਦਾ ਹੈ ਤੇ ਦੂਸਰੇ ਵਿੱਚ ਜਿਹੜੀ ਹੈ ਉਹ ਚੇਂਜ ਜਿਹੜੀ ਹੈ ਉਹ ਆਪਣੇ ਆਪ ਜਿਹੜੀ ਹੈ ਉਹ ਪੈਦਾ ਹੁੰਦੀ ਹੈ. ਇਸ ਸਾਰੇ ਨੂੰ ਅਸੀਂ ਜਿਹੜਾ ਹੈ ਜੇ ਡਿਫਰੈਂਸ਼ੀਏਸ਼ਨ ਦੀ ਲੈਂਗੁਏਜ ਵਿੱਚ ਰਿਪਰੈਜ਼ੈਂਟ ਕਰਨਾ ਹੋਵੇ ਤੇ ਅਸੀਂ ਇਸ ਨੂੰ ਅਸੀਂ ਲਿਖਦੇ ਹਾਂ ਲਾਈਕ dy by dx. ਇਹਦਾ ਮਤਲਬ ਕੀ ਹੈ? d ਦਾ ਮਤਲਬ ਡਿਫਰੈਂਸ਼ੀਏਸ਼ਨ, ਡਿਫਰੈਂਸ਼ੀਏਸ਼ਨ ਦਾ ਮਤਲਬ ਸਮਾਲ ਚੇਂਜ. ਸਮਾਲ ਚੇਂਜ ਕਾਦੇ ਵਿੱਚ ਆਈ? y ਦੇ ਵਿੱਚ. ਕਿਹਦੇ ਕਰਕੇ ਆਈ? ਡਿਊ ਟੂ ਸਮਾਲ ਚੇਂਜ ਇਨ x. ਜੇ ਮੈਂ x ਦੇ ਵਿੱਚ ਥੋੜੀ ਜੀ ਵੀ ਚੇਂਜ ਕਰਾਂਗਾ ਤੇ ਮੇਰੀ y ਦੀ ਵੈਲਿਊ ਵਿੱਚ ਥੋੜੀ ਜੀ ਜਿਹੜੀ ਹੈ ਚੇਂਜ ਆਏਗੀ, ਤੇ ਇਸ ਨੂੰ ਅਸੀਂ ਰਿਪਰੈਜ਼ੈਂਟ ਕਰ ਸਕਦੇ ਹਾਂ dy by dx. This is the representation of this function in term of differentiation. Now this is the differentiation of y with respect to differentiation of x. This is, फिर दोबारा सुनो, differentiation of y with respect to x. y ਵਿੱਚ change आनी किदे करके? due to change in x. ਜਿਹਦੇ ਵਿੱਚ ਚੇਂਜ ਆਏਗੀ ਉਹ ਉੱਪਰ, ਤੇ ਜਿਹਦੇ ਕਰਕੇ ਚੇਂਜ ਆਈ ਹੈ ਉਸ ਨੂੰ ਜਿਹੜਾ ਹੈ ਅਸੀਂ ਜਿਹੜਾ ਉਹਨੂੰ ਆਪਾਂ ਨੀਚੇ ਲਿਖਾਂਗੇ. Now this is the meaning of differentiation.
ਇਹਦੀ ਵਰਤੋਂ ਅਸੀਂ ਉਦੋਂ ਕਰਨੀ ਹੈ ਜਦੋਂ ਸਾਨੂੰ ਪਤਾ ਲੱਗ ਰਿਹਾ ਕਿ ਇੱਕ ਵੇਰੀਏਬਲ ਦੇ ਵਿੱਚ ਜਿਹੜੀ ਹੈ ਚੇਂਜ ਆਂਦੀ ਹੈ ਕਿਸੇ ਦੂਸਰੇ ਕਰਕੇ, ਉਦੋਂ ਅਸੀਂ ਜਿਹੜੀ ਹੈ ਇਹਦੀ ਜਿਹੜੀ ਹੈ ਆਪਾਂ ਵਰਤੋਂ ਕਰਾਂਗੇ। ਫੋਰ ਐਗਜ਼ਾਮਪਲ, ਮੰਨ ਲਓ ਬੋਡੀ ਜਦੋਂ ਮੂਵ ਕਰਦੀ ਹੈ ਤੇ ਟਾਈਮ ਦੇ ਅਕੋਰਡਿੰਗ ਉਹਦੀ ਪੋਜੀਸ਼ਨ ਵਿੱਚ ਜਿਹੜੀ ਹੈ ਉਹ ਚੇਂਜ ਆਂਦੀ ਹੈ। ਇਹਦਾ ਮਤਲਬ ਜਿਉਂ-ਜਿਉਂ ਟਾਈਮ ਚੇਂਜ ਹੁੰਦਾ ਹੈ ਬੋਡੀ ਦੀ ਡਿਸਪਲੇਸਮੈਂਟ ਜਿਹੜੀ ਹੈ ਉਹਦੇ 'ਚ ਫਰਕ ਪੈਂਦਾ ਜਾਂਦਾ ਹੈ। ਤੇ ਅਸੀਂ ਇੱਕ ਫਾਰਮੂਲਾ ਜਿਹੜਾ ਸਟੱਡੀ ਕੀਤਾ ਹੈ ਆਲਰੇਡੀ ਕਿ ਜਿਹੜੀ ਸਾਡੀ ਇਨਸਟੈਂਟੇਨੀਅਸ ਵੈਲੋਸਿਟੀ ਹੁੰਦੀ ਹੈ, ਇਨਸਟੈਂਟੇਨੀਅਸ ਜਿਹੜੀ ਸਾਡੀ ਵੈਲੋਸਿਟੀ ਹੈ, ਇਟ ਇਜ਼ ਸਮਾਲ ਚੇਂਜ, ਕਾਹਦੇ ਵਿੱਚ ਚੇਂਜ ਆਉਂਦੀ ਹੈ, ਸਮਾਲ ਚੇਂਜ ਇਨ ਡਿਸਪਲੇਸਮੈਂਟ ਡਿਵਾਈਡਡ ਬਾय ਅਸੀਂ ਕਰਦੇ ਹਾਂ ਸਮਾਲ ਚੇਂਜ ਇਨ ਟਾਈਮ। ਜਦੋਂ ਵੀ ਅਸੀਂ ਡਿਸਪਲੇਸਮੈਂਟ ਦੇ ਵਿੱਚ ਚੇਂਜ ਆਈ ਸਮਾਲ ਚੇਂਜ ਇਨ ਟਾਈਮ, ਇਹਦਾ ਮਤਲਬ ਇਨਸਟੈਂਟੇਨੀਅਸ ਵੈਲੋਸਿਟੀ ਦਾ ਫਾਰਮੂਲਾ ਕੀ ਬਣ ਸਕਦਾ ਹੈ, ਸਮਾਲ ਚੇਂਜ ਨੂੰ ਅਸੀਂ ਲਿਖ ਲਾਂਗੇ d, ਤੇ ਡਿਸਪਲੇਸਮੈਂਟ ਵਾਸਤੇ ਮੈਂ ਆਲਰੇਡੀ ਡਿਸਕਸ ਕੀਤਾ ਕਿ ਆਪਾਂ ਇਹਨੂੰ x ਦਾ ਨਾਮ ਲਿਖਦੇ ਹਾਂ ਤੇ ਡਿਵਾਈਡਡ ਬਾय ਸਮਾਲ ਚੇਂਜ ਆ ਗਿਆ ਸਾਡੇ ਕੋਲ d ਤੇ ਚੇਂਜ ਕਾ ਚਾਰੀ ਹੈ ਸਾਡੇ ਕੋਲ ਟਾਈਮ। ਇਹਦਾ ਮਤਲਬ ਇਨਸਟੈਂਟੇਨੀਅਸ ਵੈਲੋਸਿਟੀ ਜਿਹੜੀ ਹੈ ਉਹਦਾ ਫਾਰਮੂਲਾ ਕੀ ਹੋ ਗਿਆ, ਸਮਾਲ ਚੇਂਜ ਇਨ ਡਿਸਪਲੇਸਮੈਂਟ due to small change in time. This is the application of differentiation in the physics. Physics ਦੇ ਵਿੱਚ ਇਸ ਤਰ੍ਹਾਂ ਅਸੀਂ ਉਹਨੂੰ velocity ਨੂੰ represent ਕਰ ਸਕਦੇ ਹਾਂ। Now velocity change in displacement over time, ਤੇ ਜੇ ਮੈਂ ਪੁੱਛਾਂ ਇਹਨੂੰ ਤੁਹਾਨੂੰ ਕਿ ਇਹਨੂੰ differentiation ਦੀ language ਵਿੱਚ ਕਿਵੇਂ ਲਿਖਾਂਗੇ, then you will say dx by dt. d मैंने small change in x, मैंने displacement due to small change in time। ਹੋਰ ਇਹਦੀ ਜਿਹੜੀ ਹੈ ਜੇ ਅਸੀਂ ਐਗਜ਼ਾਮਪਲ ਹੋਰ ਦੇਖਦੇ ਹਾਂ, ਮੰਨ ਲਓ ਕਿ ਸਾਡੇ ਕੋਲ ਇੱਕ ਸਰਕਲ ਹੈ, ਇਸ ਸਰਕਲ ਦਾ ਜਿਹੜਾ ਰੇਡੀਅਸ ਹੈ ਸਾਡੇ ਕੋਲ r ਤੇ ਸੈਂਟਰ ਜਿਹੜਾ ਹੈ o, ਤੇ ਸਰਕਲ ਦਾ ਜਿਹੜਾ ਏਰੀਆ ਹੋਏਗਾ that will be equal to pi r square। ਸਰਕਲ ਦਾ ਏਰੀਆ ਜਿਹੜਾ ਹੋਏਗਾ ਸਾਡੇ ਕੋਲ ਪਾਈ r square, r is the radius। if I want ਕਿ ਮੇਰਾ ਏਰੀਆ ਜਿਹੜਾ ਹੈ ਇਨਕਰੀਜ਼ ਹੋ ਜੇ, ਜੇ ਮੈਂ ਚਾਹਨਾ ਕਿ ਮੇਰਾ ਏਰੀਆ ਜਿਹੜਾ ਹੈ ਸਰਕਲ ਦਾ ਜ਼ਿਆਦਾ ਹੋ ਜੇ, ਸਰਕਲ ਦਾ ਏਰੀਆ ਜ਼ਿਆਦਾ ਤਾਂ ਹੋਏਗਾ ਜੇਕਰ ਤੁਸੀਂ ਰੇਡੀਅਸ ਨੂੰ ਇਨਕਰੀਜ਼ ਕਰੋਗੇ। ਇਹਦਾ ਮਤਲਬ ਜੇ ਰੇਡੀਅਸ ਵਧਿਆ ਤੇ ਤੁਹਾਡਾ ਜਿਹੜਾ ਹੈ ਸਰਕਲ ਦਾ ਏਰੀਆ ਉਹ ਵੀ ਸਾਡਾ ਜਿਹੜਾ ਹੈ ਇਨਕਰੀਜ਼ ਹੋ ਜਾਏਗਾ। ਇਹਦਾ ਮਤਲਬ ਏਰੀਆ ਜਿਹੜਾ ਹੈ ਡਿਪੈਂਡ ਕਰਦਾ ਹੈ ਕਿਹਦੇ ਉੱਤੇ ਡਿਪੈਂਡ ਕਰਦਾ ਹੈ, ਰੇਡੀਅਸ ਦੇ ਉੱਤੇ। ਇਟ ਮੀਨਸ देयर विल बी चेंज इन एरिया। ਅਸੀਂ ਕਹਿ ਸਕਦੇ ਹਾਂ ਕਿ ਏਰੀਏ ਵਿੱਚ ਚੇਂਜ ਆਏਗੀ, ਕਦੋਂ ਆਏਗੀ, ਡਿਊ ਟੂ ਦਾ ਚੇਂਜ ਇਨ ਦਾ ਰੇਡੀਅਸ। ਜਦੋਂ ਅਸੀਂ ਰੇਡੀਅਸ ਚੇਂਜ ਕਰਾਂਗੇ ਤੇ ਸਾਡੇ ਏਰੀਏ ਦੇ ਵਿੱਚ ਵੀ ਕੀ ਆਏਗੀ, ਸਾਡੀ ਚੇਂਜ ਆਏਗੀ। ਇੱਥੇ ਅਸੀਂ ਜਿਹੜਾ ਹੈ ਡਿਫਰੈਂਸ਼ੀਏਸ਼ਨ ਨੂੰ ਅਸੀਂ ਇੱਥੇ ਯੂਜ਼ ਕਰ ਸਕਦੇ ਹਾਂ। ਨਾਓ ਆਈ ਥਿੰਕ ਤੁਹਾਨੂੰ ਜਿਹੜਾ ਹੈ ਡਿਫਰੈਂਸ਼ੀਏਸ਼ਨ ਬਾਰੇ ਥੋੜਾ ਬਹੁਤਾ ਕਲੀਅਰ ਹੈ। what is the small change, what is a area due to small change in radius। ਤੇ ਇਹ ਸਾਡਾ ਇੱਕ ਜਨਰਲ ਹੈ, ਇਹਦੀ ਜਗ੍ਹਾ ਤੇ ਏਰੀਆ ਤੇ ਰੇਡੀਅਸ ਹੋ ਸਕਦਾ ਹੈ, ਇਹਦੀ ਜਗ੍ਹਾ ਤੇ ਉੱਤੇ ਡਿਸਪਲੇਸਮੈਂਟ ਤੇ ਹੋਰ ਸਾਡੇ ਕੋਲ ਕੋਈ ਟਾਈਮ ਵੀ ਹੋ ਸਕਦਾ ਹੈ। ਤੇ ਜੇ ਅਸੀਂ ਹੁਣ ਨੈਕਸਟ ਟੌਪਿਕ ਦੀ ਗੱਲ ਕਰੀਏ, ਅਸੀਂ ਨੈਕਸਟ ਪੜ੍ਹਨਾ ਹੈ ਐਕਸਲਰੇਸ਼ਨ। ਐਕਸਲਰੇਸ਼ਨ ਦਾ ਮਤਲਬ ਹੁੰਦਾ ਹੈ ਵੈਲੋਸਿਟੀ ਵਿੱਚ ਚੇਂਜ ਆਣੀ ਡਿਊ ਟੂ ਟਾਈਮ। ਜੇ ਅਸੀਂ ਗੱਲ ਕਰਦੇ ਹਾਂ ਵੈਲੋਸਿਟੀ ਵਿੱਚ ਚੇਂਜ ਆਵੇ ਡਿਊ ਟੂ ਟਾਈਮ, ਉਹਨੂੰ ਅਸੀਂ ਐਕਸਲਰੇਸ਼ਨ ਬੋਲਦੇ ਹਾਂ। ਐ ਨੈਕਸਟ ਅਸੀਂ ਡਿਸਕਸ ਕਰਾਂਗੇ ਇਹਨਾਂ ਟੌਪਿਕ ਤੋਂ ਬਾਅਦ, ਕਿਉਂਕਿ ਇਹਦੇ ਵਿੱਚ ਇਹਨਾਂ ਦੋਨਾਂ ਦਾ ਬਹੁਤ ਹੀ ਜ਼ਿਆਦਾ ਜਿਹੜਾ ਯੂਜ਼ ਹੋਏਗਾ, ਇਸ ਕਰਕੇ ਅਸੀਂ ਇਹਨਾਂ ਟੌਪਿਕਸ ਨੂੰ ਪਹਿਲਾਂ ਅਸੀਂ ਡਿਸਕਸ ਕਰਨਾ ਹੈ। ਨਾਓ ਇਹ ਐਕਸਲਰੇਸ਼ਨ, ਐਕਸਲਰੇਸ਼ਨ ਦਾ ਫਾਰਮੂਲਾ ਚੇਂਜ ਕਾਹਦੇ ਤੇ ਚੇਂਜ ਆਉਂਦੀ ਹੈ, ਵੈਲੋਸਿਟੀ ਵਿੱਚ ਚੇਂਜ। ਕਿਹਦੇ ਕਰਕੇ ਚੇਂਜ ਆਉਂਦੀ ਹੈ, ਡਿਊ ਟੂ ਚੇਂਜ ਇਨ ਟਾਈਮ। ਜਦੋਂ ਟਾਈਮ
ਫਰਕ ਪਿਆ, ਵੈਲੋਸਿਟੀ ਚੇਂਜ ਹੁੰਦੀ ਜਾਵੇ। ਡੇਲੀ ਲਾਈਫ ਦੇ ਵਿੱਚ ਕਦੀ ਅਸੀਂ ਆਪਣੀ ਸਪੀਡ ਜ਼ਿਆਦਾ ਕਰ ਲੈਂਦੇ ਆ, ਕਦੀ ਘੱਟ ਕਰ ਲੈਂਦੇ ਆ। ਸਾਡੀ ਮੋਸ਼ਨ ਹੁੰਦੀ ਹੈ ਉਹ ਐਕਸਲਰੇਟਿਡ ਮੋਸ਼ਨ ਹੁੰਦੀ ਹੈ। ਸਾਡੀ ਵੈਲੋਸਿਟੀ ਜਿਹੜੀ ਹੈ ਯੂਨੀਫਾਰਮ ਨਹੀਂ ਰਹਿੰਦੀ, ਉਦੋਂ ਵੈਲੋਸਿਟੀ ਵਿੱਚ ਆਮ ਸਾਡੀ ਚੇਂਜ ਆਉਂਦੀ ਹੈ ਤੇ ਟਾਈਮ ਤੇ ਲੱਗਦਾ ਹੀ ਹੈ। ਤੇ ਐਕਸਲਰੇਸ਼ਨ ਨੂੰ ਡਿਫਰੈਂਸ਼ੀਏਸ਼ਨ ਦੇ ਅਕੋਰਡਿੰਗ ਲਿਖਣਾ ਹੋਏ ਤੇ ਅਸੀਂ ਲਿਖਦੇ ਹਾਂ dv/dt। ਇਹਨੂੰ ਪੜ੍ਹ ਕੇ ਸੁਣਾ ਦਿਓ। small change in velocity due to ਜਿਹੜਾ over ਹੈ due to small change in time, differentiation of v with respect to t. This is the meaning of differentiation. Now ਇਸ ਤੋਂ ਬਾਅਦ ਜਿਹੜਾ ਹੈ ਡਿਫਰੈਂਸ਼ੀਏਸ਼ਨ ਦੇ ਇਹਦਾ ਜਿਹੜਾ ਫਿਜ਼ੀਕਲ ਮੀਨਿੰਗ ਕੀ ਹੈ, ਆਓ ਇਸ ਨੂੰ ਅਸੀਂ ਡਿਸਕਸ ਕਰਦੇ ਹਾਂ। ਮੰਨ ਲਓ ਕਿ ਸਾਡੇ ਕੋਲ ਇੱਕ ਫੰਕਸ਼ਨ ਹੈ y equal to fx। y equal to fx ਕੋਈ ਫੰਕਸ਼ਨ, ਇਹਦੀ ਅਸੀਂ ਐਗਜ਼ਾਮਪਲਸ, ਫੋਰ ਐਗਜ਼ਾਮਪਲ y equal to x square ਕੁਆਡਰੇਟਿਕ, ਜਾਂ ਅਸੀਂ ਲਿਖ ਸਕਦੇ ਹਾਂ y is equal to tan x। ਇਹ ਜਿਹੜੇ ਫੰਕਸ਼ਨਸ ਨੇ ਇਹ ਆਲਰੇਡੀ ਮੈਂ ਪਿੱਛੇ ਡਿਸਕਸ ਕਰ ਚੁੱਕਾ ਹਾਂ। y may be quadratic function, it may be trigonometric function, logarithmic function, exponential function। मान लो कि मेरे को y ਦੀ वैल्यू है 2x square। If I plot the graph between y and x, इधर पासे साढ़े को y है, इधर पासे मेरे को x है, ते जे मैं ਇਹਦਾ ग्राफ प्लॉट करदा है ते ग्राफ मेरे को ਜਿਹੜਾ ਹੈ ਇੱਕ ਕਰਵ ਜਿਹੜਾ ਹੈ ਉਹ ਆ ਗਿਆ, ਕਿਉਂਕਿ ਸਕੇਅਰ ਆ ਰਿਹਾ। ਜੇ ਸਕੇਅਰ ਨਾ ਹੁੰਦਾ ਤੇ ਫਿਰ ਸਾਡੇ ਕੋਲ ਸਟ੍ਰੇਟ ਜਿਹੜਾ ਸੀ ਉਹ ਗ੍ਰਾਫ ਆਣਾ ਸੀ। ਨਾਓ ਇਸ ਗ੍ਰਾਫ ਦੇ ਉੱਪਰ ਮੈਂ ਕੋਈ ਦੋ ਪੁਆਇੰਟ ਮੈਂ ਲੈ ਲੈਣਾ ਹੈ। ਇੱਕ ਪੁਆਇੰਟ ਮੈਂ P ਲੈ ਲਿਆ, ਦੂਸਰਾ ਪੁਆਇੰਟ ਜਿਹੜਾ ਹੈ ਮੈਂ Q ਲੈ ਲਿਆ ਗ੍ਰਾਫ ਦੇ ਉੱਪਰ। ਇਹਨਾਂ ਦੋਨਾਂ ਪੁਆਇੰਟਸ ਨੂੰ ਮੈਂ ਆਪਸ ਵਿੱਚ ਜਿਹੜਾ ਹੈ ਜੁਆਇਨ ਕਰ ਦਿੱਤਾ। ਨਾਓ P ਪੁਆਇੰਟ ਇਹਦੇ ਜਿਹੜੇ ਕੋਆਰਡੀਨੇਟਸ ਹੋਣਗੇ ਇਟ ਵਿਲ ਬੀ x1 y1, ਤੇ ਜਿਹੜਾ Q ਹੈ ਇਹਦੇ ਕੋਆਰਡੀਨੇਟ x2 ਤੇ ਸਾਡੇ ਕੋਲ ਆਏਗਾ y2, ਇਹਦੇ ਜਿਹੜੇ ਨੇ ਕੋਆਰਡੀਨੇਟਸ ਹੋ ਗਏ। ਨਾਓ ਇਥੋਂ ਤੱਕ ਵੈਲਿਊ ਸਾਡੀ x1 ਦੀ, ਤੇ ਆ ਜਿਹੜੀ ਵੈਲਿਊ ਆਏਗੀ ਸਾਡੇ ਕੋਲ y1। ਇਥੋਂ ਅਸੀਂ ਪਰਪੈਂਡੀਕੂਲਰ ਡਰਾ ਕਰਦੇ ਹਾਂ ਤੇ ਸਾਡੇ ਕੋਲ ਇਥੋਂ ਤੱਕ ਵੈਲਿਊ ਆਏਗੀ x2 ਦੀ, ਤੇ ਜਿਹੜੀ ਆ ਵੈਲਿਊ ਆਏਗੀ ਸਾਡੇ ਕੋਲ ਇਟ ਵਿਲ ਬੀ ਯੂਅਰ y2। ਅਸੀਂ ਦੋਨੋਂ ਪੁਆਇੰਟਸ ਨੂੰ ਜਿਹੜਾ ਹੈ ਇੱਕ ਸਟ੍ਰੇਟ ਪਾਥ ਦੇ ਨਾਲ ਅਸੀਂ ਇਹਨੂੰ ਜੁਆਇਨ ਕਰ ਦਿੱਤਾ। ਨਾਓ ਇਸ ਸਟ੍ਰੇਟ ਲਾਈਨ ਦਾ PQ ਦਾ ਜੇਕਰ ਅਸੀਂ ਸਲੋਪ ਨਿਕਾਲੀਏ, ਤੇ ਅਸੀਂ ਪੜਿਆ ਪਿੱਛੇ ਵੀ ਡਿਸਕਸ ਕੀਤਾ ਹੈ ਕਿ ਸਲੋਪ ਨੂੰ ਨਿਕਾਲਣ ਵਾਸਤੇ ਅਸੀਂ tan ਥੀਟਾ ਦੀ ਵਰਤੋਂ ਕਰਦੇ ਹਾਂ। ਜੇ ਇਸ ਲਾਈਨ ਦਾ ਅਸੀਂ ਸਲੋਪ ਨਿਕਾਲਣਾ ਹੈ then we have to find the tan theta, ਤੇ ਸਾਡੇ ਕੋਲ ਜਿਹੜਾ ਹੈ ਸਲੋਪ is equal to tan theta is equal to tan theta ਦਾ ਫਾਰਮੂਲਾ ਸਾਡੇ ਕੋਲ ਇੱਥੇ C ਲਿਖ ਦਿੰਦੇ ਆ। ਪਰਪੈਂਡੀਕੂਲਰ ਸਾਡੇ ਕੋਲ ਆ ਗਿਆ QC ਡਿਵਾਈਡਡ ਬਾਈ PC। ਪਰਪੈਂਡੀਕੂਲਰ ਨੂੰ ਅਸੀਂ ਬੇਸ ਦੇ ਨਾਲ ਜਿਹੜਾ ਹੈ ਆਪਾਂ ਡਿਵਾਈਡ ਕਰਾਂਗੇ। ਨਾਓ QC ਡਿਵਾਈਡਡ ਬਾਈ PC। ਨਾਓ ਵਾਟ ਇਜ਼ QC? ਇਹ ਕਿੰਨਾ ਹੋਏਗਾ? ਇੱਧਰ ਦੇਖੋ, ਇਹ ਟੋਟਲ ਕਿੰਨਾ ਹੈ? y2, ਟੋਟਲ y2 ਹੈ। ਜੇ ਇਹਦੇ ਵਿੱਚੋਂ ਅਸੀਂ y1 ਮਾਈਨਸ ਕਰ ਦਈਏ, ਇਹਨਾਂ ਹਿੱਸਾ ਮਾਈਨਸ ਕਰ ਦਾਂਗੇ ਤੇ ਆ ਜਾਏਗਾ ਸਾਡੇ ਕੋਲ ਪੂਰਾ। ਇਹਦਾ ਮਤਲਬ ਵਾਟ ਇਜ਼ the value of QC? It is equal to y2 minus y1। and what is PC? P ਤੋਂ ਲੈ ਕੇ C ਤੱਕ ਟੋਟਲ ਵਿੱਚੋਂ ਇਹਨਾਂ ਮਾਈਨਸ ਕਰ ਦੋ, ਸਾਡੇ ਕੋਲ ਆ ਜਾਏਗਾ x2 minus x1। it is the slope। ਇਹ ਸਾਡੇ ਕੋਲ ਜਿਹੜਾ ਹੈ ਸਲੋਪ ਆ ਗਿਆ। it is y2 minus y1 over x2 minus x1। now what is this? it is change in y, and what is this?
this is a change in x, ਇਹ change in y, ਇਹ ਸਾਡੇ ਕੋਲ ਆ ਰਿਹਾ change in x, and we can write it as delta y by delta x. delta ਦਾ ਮਤਲਬ small change y ਦੇ ਵਿੱਚ, ਤੇ ਜਦੋਂ ਅਸੀਂ ਥੋੜਾ ਜਿਹਾ ਚੇਂਜ ਲਿਆਂਦਾ ਕਿਹਦੇ ਵਿੱਚ, x ਦੇ ਵਿੱਚ ਚੇਂਜ ਲਿਆਂਦਾ, ਇਹ ਸਾਡਾ ਆ ਗਿਆ ਸਲੋਪ ਡੈਲਟਾ y ਬਾਈ ਡੈਲਟਾ x। ਨਾਓ ਹੁਣ ਧਿਆਨ ਨਾਲ ਦੇਖਣਾ, ਮੰਨ ਲਓ ਵੀ ਇਹ ਜਿਹੜਾ q ਪੁਆਇੰਟ ਹੈ ਇੱਥੇ ਹੈ ਸਾਡੇ ਕੋਲ, ਸਪੋਜ਼ ਹੇਅਰ ਇਜ਼ ਦਾ q, ਜੇ ਇੱਥੇ q ਪੁਆਇੰਟ ਹੋਏਗਾ then we will join like this, ਫਿਰ ਸਾਡੇ ਕੋਲ ਆ ਲਾਈਨ ਨਹੀਂ ਆਏਗੀ, ਸਾਡੇ ਕੋਲ ਜਿਹੜੀ ਹੈ ਲਾਈਨ ਜਿਹੜੀ ਆ ਜਾਏਗੀ ਸਲੋਪ ਵਾਲੀ, ਇਹ ਲਾਈਨ ਛੋਟੀ ਹੋਗੀ। ਜਿਉਂ-ਜਿਉਂ ਸਾਡਾ Q ਪੁਆਇੰਟ P ਦੇ ਲਾਗੇ ਆਂਦਾ ਜਾਏਗਾ, ਜਿਉਂ-ਜਿਉਂ Q ਨੂੰ ਅਸੀਂ P ਦੇ ਲਾਗੇ ਲੈ ਕੇ ਆਵਾਂਗੇ, ਫੋਰ ਐਗਜ਼ਾਮਪਲ ਹੇਅਰ ਇਜ਼ Q, ਫਿਰ ਸਾਡੇ ਕੋਲ ਆ ਜਾਏਗੀ। ਜੇ ਅਸੀਂ ਇੱਥੇ ਲੈ ਕੇ ਆਵਾਂਗੇ, ਇੱਥੇ ਲੈ ਕੇ ਆਵਾਂਗੇ, ਫਿਰ ਕੀ ਹੋਏਗਾ, ਪਹਿਲਾਂ ਕੀ ਸੀ ਦੇਖੋ, ਪਹਿਲਾਂ ਆ ਜਿਹੜੀ ਲਾਈਨ ਹੈ ਕਰਵ ਨੂੰ ਦੋ ਪਾਰਟਸ ਦੇ ਉੱਪਰ ਡਿਵਾਈਡ ਕਰ ਰਹੀ ਹੈ, ਦੇਖੋ ਲਾਈਕ ਦਿਸ, ਇੱਥੇ ਵੀ ਕੱਟ ਕਰ ਰਹੀ ਹੈ ਤੇ ਇੱਥੇ ਵੀ ਕੱਟ ਕਰ ਰਹੀ ਹੈ। ਜੇ ਅਸੀਂ Q ਨੂੰ ਬਿਲਕੁਲ P ਦੇ ਲਾਗੇ ਲੈ ਕੇ ਆਵਾਂਗੇ, ਸਪੋਜ਼ ਹੇਅਰ ਇਜ਼ Q, then ਜਦੋਂ ਲਾਈਨ ਡਰਾ ਕਰੋਗੇ then that line will become, ਉਹ ਸਾਡੀ ਜਿਹੜੀ ਹੈ ਇਸ ਕਰਵ ਦੇ ਉੱਪਰ ਜਿਹੜੀ ਹੈ ਇੱਕ ਟੈਂਜੈਂਟ ਬਣ ਜਾਏਗੀ। ਹਾਂਜੀ ਕੀ ਬਣ ਜਾਏਗੀ, ਟੈਂਜੈਂਟ। ਜਦੋਂ Q ਪੁਆਇੰਟ P ਪੁਆਇੰਟ ਦੇ ਲਾਗੇ ਹੋਏਗਾ, ਕਹਿਣ ਦਾ ਮਤਲਬ x2 ਤੇ x1 ਦੇ ਵਿੱਚ ਬਹੁਤਾ ਜ਼ਿਆਦਾ ਫਰਕ ਨਹੀਂ, ਵੈਰੀ ਸਮਾਲ ਡਿਸਪਲੇਸਮੈਂਟ ਹੋਏਗੀ, ਬਹੁਤ ਘੱਟ ਜਿਹੜਾ ਹੈ ਉਹ ਡਿਫਰੈਂਸ ਹੈ ਜਿਹੜਾ ਸਾਡੀ ਆਈਜ਼ ਡਿਟੈਕਟ ਵੀ ਨਹੀਂ ਕਰ ਪਾਣ। ਫਿਰ ਕੀ ਹੋਏਗਾ, ਦੈਨ ਜੇ Q ਬਿਲਕੁਲ P ਦੇ ਨੀਅਰ ਹੋਏਗਾ, ਫਿਰ ਜਦੋਂ ਆ ਜਿਹੜੀ ਲਾਈਨ ਸੀਗੀ ਇਟ ਵਿਲ ਬਿਕਮ ਟੈਂਜੈਂਟ ਟੂ ਦਾ ਕਰਵ। ਜਦੋਂ ਉਹ ਟੈਂਜੈਂਟ ਬਣ ਗਈ, ਇਹਦਾ ਮਤਲਬ ਕਿ ਆ ਜਿਹੜਾ ਡਿਸਟੈਂਸ ਨੇ dy ਤੇ ਡੈਲਟਾ y ਤੇ ਡੈਲਟਾ x, ਦੇ ਨਾਓ ਬਿਕਮ ਵੈਰੀ ਸਮਾਲ, ਕਿਉਂਕਿ ਇੱਥੇ ਤੇ ਤੁਹਾਡੇ ਕੋਲ ਕਾਫੀ ਜ਼ਿਆਦਾ ਆ ਰਹੇ ਨੇ, ਪਰ ਜਦੋਂ Q ਇਹਦੇ ਲਾਗੇ ਆ ਗਿਆ then the difference ਜਿਹੜਾ ਹੈ y2 minus y1 ਤੇ x2 minus x1, it will become very small, ਇੰਨੇ ਸਮਾਲ ਹੋ ਜਾਣਗੇ ਕਿ ਅਸੀਂ ਜਿਹੜਾ ਹੈ ਆ ਜਿਹੜਾ ਡੈਲਟਾ ਹੈ ਇਸ ਨੂੰ ਜਿਹੜਾ ਆਪਾਂ ਚੇਂਜ ਕਰ ਦਿੰਦੇ ਆ, ਆਪਾਂ ਇਸ ਨੂੰ dy by dx, ਉਸ ਟਾਈਮ ਦੇ ਉੱਤੇ ਡੈਲਟਾ ਜਿਹੜਾ ਹੈ ਸਾਡਾ ਜਿਹੜਾ d ਬਣ ਜਾਂਦਾ ਹੈ। ਫਿਰ ਸਾਡੇ ਕੋਲ ਇਹ ਕੌਰਡ ਨਹੀਂ ਰਹੇਗੀ, it will become tangent. It means what does the dy by dx represent? It represents the slope on the graph. ਕਿਸੇ ਵੀ ਪੁਆਇੰਟ ਦੇ ਉੱਤੇ ਮੈਂ ਕਹਾਂ ਸਲੋਪ ਦੱਸੋ ਕਿੰਨਾ ਹੈ, ਉਹ ਅਸੀਂ ਜਿਹੜਾ ਹੈ with the help of differentiation ਅਸੀਂ find out ਕਰ ਸਕਦੇ ਹਾਂ। ਮੈਂ ਡਾਇਗਰਾਮ ਜਿਹੜੀ ਹੈ ਇਹ ਦੁਬਾਰਾ ਬਣਾਉਣ ਲੱਗਾ ਹੈ, ਇਹਨੂੰ ਜਰਾ ਧਿਆਨ ਨਾਲ ਸਮਝ ਲਿਓ ਕਿਉਂਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਮੰਨ ਲਓ ਕਿ ਸਾਡੇ ਕੋਲ ਇੱਕ ਕਰਵ ਹੈ ਲਾਈਕ ਦਿਸ, if I want what is the value of slope at point P, P ਪੁਆਇੰਟ ਦੇ ਸਲੋਪ ਕਿੰਨਾ ਹੈ, ਅਸੀਂ ਕੀ ਕਰਾਂਗੇ, P ਪੁਆਇੰਟ ਦੇ ਉੱਤੇ ਅਸੀਂ ਟੈਂਜੈਂਟ ਡਰਾ ਕਰਾਂਗੇ and the slope of the tangent, ਇਹਦਾ ਜਿਹੜਾ ਸਲੋਪ ਫਾਈਂਡ ਆਊਟ ਕਰਾਂਗੇ, ਉਹ ਸਾਨੂੰ ਜਿਹੜਾ ਹੈ ਡਿਫਰੈਂਸ਼ੀਏਸ਼ਨ ਦੀ ਹੈਲਪ ਦੇ ਰਾਹੀਂ ਸਾਨੂੰ ਫਾਈਂਡ ਆਊਟ ਕਰਨਾ ਪਏਗਾ। ਹਾਂਜੀ ਇਸ ਪੁਆਇੰਟ ਦੇ ਉੱਤੇ ਗੱਲ ਕਰੀਏ ਕਿ ਸਲੋਪ ਦੱਸੋ ਕਿੰਨਾ ਹੈ, ਇੱਥੇ ਸਾਨੂੰ ਟੈਂਜੈਂਟ ਡਰਾ ਕਰਨੀ ਪਏਗੀ। ਹਰ ਜਗ੍ਹਾ ਦੇ ਉੱਤੇ ਟੈਂਜੈਂਟ ਜਿਹੜੀ ਹੈ ਉਹ ਡਿਫਰੈਂਟ ਆਏਗੀ। ਇਹਦਾ ਮਤਲਬ ਜਿਹੜਾ ਕਰਵ ਹੁੰਦਾ ਹੈ, ਕਰਵ ਦੇ ਹਰ ਪੁਆਇੰਟ ਦੇ ਉੱਪਰ ਟੈਂਜੈਂਟ ਸੇਮ ਨਹੀਂ ਰਹਿੰਦੀ। ਇਹਦਾ ਮਤਲਬ ਕਰਵ ਦਾ ਹਰ ਪੁਆਇੰਟ ਦੇ ਉੱਪਰ ਜਿਹੜਾ ਸਲੋਪ ਹੈ ਉਹ ਚੇਂਜ ਹੁੰਦਾ ਹੈ। ਤੇ ਸਲੋਪ ਅਸੀਂ ਕਿਸ ਤਰ੍ਹਾਂ ਨਿਕਾਲਣਾ ਹੈ, with the help of dy by dx. What is the meaning of differentiation? Differentiation just represents the slope of any point on the curve. Now next ਜਿਹੜਾ ਅਸੀਂ ਹੁਣ ਡਿਸਕਸ ਕਰਨ ਜਾ ਰਹੇ ਹਾਂ,
ਕੁਝ ਜਿਹੜੇ ਨੇ ਸਾਡੇ ਇੰਪੋਰਟੈਂਟਸ ਜਿਹੜੇ ਨੇ ਸਾਡੇ ਫਾਰਮੂਲੇ ਨੇ ਜਿਨ੍ਹਾਂ ਨੂੰ ਅਸੀਂ ਜਿਹੜਾ ਡਿਸਕਸ ਕਰਨਾ ਹੈ ਤੇ ਯਾਦ ਵੀ ਰੱਖਣਾ ਹੈ ਤੇ ਇਹਨਾਂ ਦੇ ਪ੍ਰੂਫ ਤੇ ਮੈਂ ਨਹੀਂ ਕਰਾਂਗਾ। ਇਹ ਤੁਸੀਂ ਪ੍ਰੂਫ ਜਿਹੜੇ ਨੇ ਪਲੱਸ 2 ਦੇ ਵਿੱਚ ਆ ਕੇ ਮੈਥਮੈਟਿਕਸ ਵਿੱਚ ਆਪਣੇ ਆਪ ਪੜ੍ਹਨੇ ਨੇ। ਹੁਣ ਅਸੀਂ ਕੁਝ ਫਾਰਮੂਲੇ ਜਿਹੜੇ ਹਮੇਸ਼ਾ ਆਪਣੇ ਮਾਈਂਡ ਵਿੱਚ ਰੱਖਣੇ ਨੇ। ਮੈਂ ਸਿਰਫ ਉਹੀਓ ਫਾਰਮੂਲੇ ਲਿਖਾਂਗਾ ਜਿਹੜੇ ਸਾਨੂੰ ਮੋਸਟਲੀ ਜਿਹੜੇ ਉਹ ਯੂਜ਼ ਹੋਣੇ ਨੇ। ਨਾਓ ਨੰਬਰ 1 ਨਾ ਤੁਸੀਂ ਨੋਟ ਕਰ ਸਕਦੇ ਹੋ। ਮੰਨ ਲਓ y equal to x ਦੀ ਪਾਵਰ n, ਸਾਡੇ ਕੋਲ ਕੋਈ ਫੰਕਸ਼ਨ ਹੈ y equal to fx। ਇਹ ਇਹਦੀ ਐਗਜ਼ਾਮਪਲਸ ਨੇ। ਮੰਨ ਲਓ ਸਾਡੇ ਕੋਲ ਇੱਕ ਫੰਕਸ਼ਨ ਹੈ y ਦੀ ਵੈਲਿਊ x ਦੀ ਪਾਵਰ ਦੇ ਉੱਪਰ ਡਿਪੈਂਡ ਕਰ ਰਹੀ ਹੈ। y ਦੀ ਵੈਲਿਊ x ਦੀ ਪਾਵਰ ਦੇ ਅਕੋਰਡਿੰਗ ਚੱਲ ਰਹੀ ਹੈ। ਨਾਓ ਅੱਗੇ ਮੈਂ ਪੁੱਛਾਂ then what will be dy by dx। ਅਸੀਂ ਕੀ ਫਾਈਂਡ ਕਰਨਾ ਹੈ? ਚੇਂਜ ਨਿਕਾਲੋ, ਇਹਦਾ ਸਮਾਲ ਪਾਰਟ ਨਿਕਾਲਣਾ ਹੈ। ਚੇਂਜ ਨਿਕਾਲੋ y ਵਿੱਚ, ਕਿਹਦੇ ਕਰਕੇ? ਜਦੋਂ ਅਸੀਂ x ਨੂੰ ਚੇਂਜ ਕਰਾਂਗੇ then ਅਸੀਂ ਫਾਈਂਡ ਆਊਟ ਕਰਨਾ ਹੈ dy by dx। ਤੁਸੀਂ ਕੀ ਕਰਨਾ ਹੈ? ਇਕੁਅਲ ਪਾਣਾ ਹੈ। ਇਕੁਅਲ ਪਾਉਣ ਤੋਂ ਬਾਅਦ d by dx ਆਹ ਵਾਲੀ ਚੀਜ਼ ਐਜ਼ ਇਟ ਇਜ਼ ਲਿਖ ਦੇਣੀ ਹੈ ਤੇ y ਦੀ ਜਿਹੜੀ ਵੈਲਿਊ ਹੈ y ਕਿਹਦੇ ਇਕੁਅਲ ਹੈ? x ਦੀ ਪਾਵਰ n ਅਸੀਂ ਜਿਹੜਾ ਹੈ ਇੱਥੇ ਲਿਖ ਦਾਂਗੇ। ਨਾਓ dy by dx ਕਿਹਦੇ ਇਕੁਅਲ ਹੋ ਜਾਏਗਾ? d dx of x raised to power n। ਨਾਓ ਇਹਨੂੰ ਅਸੀਂ ਸੋਲਵ ਕਿਵੇਂ ਕਰਨਾ ਹੈ? ਇਹਨੂੰ ਤੁਸੀਂ ਯਾਦ ਰੱਖਣਾ ਹੈ। ਨਾਓ ਪਾਵਰ ਨੂੰ ਥੱਲੇ ਉਤਾਰਨਾ ਹੈ, ਇਹ ਯਾਦ ਰੱਖਣਾ ਹੈ, ਹਰ ਵਾਰੀ ਯਾਦ ਰੱਖਣਾ ਹੈ। ਇਹਦਾ ਬਾਰ-ਬਾਰ ਤੁਹਾਡਾ ਜਿਹੜਾ ਹੈ ਹਰ ਆਰਟੀਕਲ ਦੇ ਵਿੱਚ ਇਹਦਾ ਯੂਜ਼ ਹੋਣਾ ਹੈ। ਪਾਵਰ ਨੂੰ ਨੀਚੇ ਤਾਰ ਲੈਣਾ ਹੈ, ਨੀਚੇ ਤਾਰ ਲਈ। ਉਸ ਤੋਂ ਬਾਅਦ x ਲਿਖ ਕੇ ਪਾਵਰ ਦੇ ਵਿੱਚੋਂ ਇੱਕ ਮਾਈਨਸ ਕਰ ਦੇਣਾ ਹੈ। ਪਾਵਰ ਨੂੰ ਨੀਚੇ ਤਾਰਿਆ ਤੇ ਪਾਵਰ ਦੇ ਵਿੱਚੋਂ ਜਿਹੜਾ ਹੈ 1 ਅਸੀਂ ਜਿਹੜਾ ਹੈ ਉਹਨੂੰ ਵਿੱਚੋਂ ਅਸੀਂ ਮਾਈਨਸ ਕਰ ਦਿੱਤਾ। ਨਾਓ n x ਦੀ ਪਾਵਰ n minus 1 ਇਹ ਸਾਡੀ ਜਿਹੜੀ ਹੈ ਡਿਫਰੈਂਸ਼ੀਏਸ਼ਨ ਚੇਂਜ ਆ ਗਈ। y ਦੇ ਵਿੱਚ x ਕਰਕੇ ਇੰਨੀ ਚੇਂਜ ਆਏਗੀ ਤੇ ਆ ਦੁਬਾਰਾ ਸਿੰਬਲ ਨਹੀਂ ਲਗਾਣੇ। ਜਿਸ ਤਰ੍ਹਾਂ ਅਸੀਂ ਪਲੱਸ ਕਰਦੇ ਹਾਂ, 2 ਨੰਬਰਾਂ ਦਾ ਪਲੱਸ ਕਰ ਦਿੰਦੇ ਆ, ਬਾਅਦ ਚੋਂ ਪਲੱਸ ਜਿਹੜਾ ਹੈ ਦੁਬਾਰਾ ਅਸੀਂ ਨਹੀਂ ਲਗਾਉਂਦੇ। ਉਹ ਸਿੰਬਲ ਜਿਹੜਾ ਇਹ ਸਾਡਾ ਕੀ ਹੈ? ਆਪਰੇਸ਼ਨ ਹੈ ਜਿਨੇ ਇਹਦੇ ਉੱਪਰ ਆਪਰੇਟ ਹੋਇਆ ਤੇ ਸਾਡਾ ਆ ਰਿਜ਼ਲਟ ਜਿਹੜਾ ਹੈ ਉਹਨੇ ਬਣਾਤਾ nx ਦੀ ਪਾਵਰ n minus 1। ਨਾਓ ਫੋਰ ਐਗਜ਼ਾਮਪਲ ਮੰਨ ਲਓ y ਸਾਡੇ ਕੋਲ x3 ਹੈ। ਜੇ ਸਾਡੇ ਕੋਲ y ਦੀ ਵੈਲਿਊ ਮੰਨ ਲਓ x3, ਤੁਸੀਂ ਦੇਖਣਾ ਹੈ x3 ਇਹਦੇ ਵਰਗਾ ਫਾਰਮੂਲਾ ਹੈ, ਪਾਵਰ ਆ ਰਹੀ ਹੈ ਤੇ ਅਸੀਂ ਕੀ ਫਾਈਂਡ ਕਰਨਾ ਹੈ? dy by dx ਉਹ ਕਿੰਨਾ ਆਏਗਾ? ਅਸੀਂ ਕੀ ਕਰਾਂਗੇ? ਪਹਿਲਾਂ ਤੇ d by dx as it is y ਦੀ ਵੈਲਿਊ ਪੁੱਟ ਕਰਾਂਗੇ। y ਦੀ ਵੈਲਿਊ ਸਾਡੇ ਕੋਲ ਆ ਜਾਏਗੀ x ਦੀ ਪਾਵਰ 3। dy by dx ਨਿਕਾਲਣਾ ਹੈ ਤੇ y ਦੀ ਜਗ੍ਹਾ ਤੇ ਅਸੀਂ ਆ ਪੁੱਟ ਕਰ ਦਿੱਤਾ। ਉਸ ਤੋਂ ਬਾਅਦ ਪਾਵਰ ਨੂੰ ਨੀਚੇ ਤਾਰੋ ਤੇ ਪਾਵਰ ਦੇ ਵਿੱਚੋਂ 1 ਮਾਈਨਸ ਕਰ ਦੋ। 3 ਵਿੱਚੋਂ 1 ਗਿਆ, ਸਾਡੇ ਕੋਲ ਕਿੰਨਾ ਆ ਜਾਏਗਾ? 2। This is the differentiation of y with respect to x. It is 3x ਦੀ ਪਾਵਰ ਜਿਹੜਾ ਹੈ ਸਾਡੇ ਕੋਲ 2 ਆ ਜਾਏਗਾ। ਨਾਓ ਇਸ ਤੋਂ ਬਾਅਦ ਇੱਕ ਐਗਜ਼ਾਮਪਲ ਜਿਹੜੀ ਹੈ ਇਹਦੀ ਆਪਾਂ ਹੋਰ ਨੋਟ ਕਰ ਲਓ। ਮੰਨ ਲਓ y is equal to x ਦੀ ਪਾਵਰ -7, then what will be dy by dx? ਤੇ dy by dx ਸਾਡਾ ਕਿੰਨਾ ਆਏਗਾ? ਕੀ ਕਰਾਂਗੇ? ਪਹਿਲਾਂ ਤੇ y ਦੀ ਅਸੀਂ ਵੈਲਿਊ ਪੁੱਟ ਕਰਾਂਗੇ। ਨਾਓ what is the value of? It is x ਦੀ ਪਾਵਰ -7। ਅਗਲਾ ਸਟੈਪ ਕੀ ਹੈ? ਪਾਵਰ ਨੂੰ ਪਹਿਲਾਂ ਨੀਚੇ ਉਤਾਰਨਾ ਹੈ। ਨਾਓ ਪਾਵਰ ਨੀਚੇ ਆ ਗਈ, ਫਿਰ ਅਸੀਂ ਅੱਗੇ ਲਿਖਣਾ ਹੈ x, ਫਿਰ ਪਾਵਰ ਵਿੱਚੋਂ 1 ਮਾਈਨਸ ਕਰ ਦੋ। ਪਾਵਰ ਵਿੱਚੋਂ 1 ਮਾਈਨਸ ਕਰ ਦੇਣਾ ਹੈ ਤੇ ਸਾਡੇ ਕੋਲ ਐਰਕੀ ਜਿਹੜਾ ਰਿਜ਼ਲਟ ਆਏਗਾ it will be -7 ਤੇ x ਦੀ ਪਾਵਰ ਸਾਡੇ ਕੋਲ ਜਿਹੜੀ ਆ ਜਾਏਗੀ -8। -8 ਕਿਉਂ ਆਇਆ? ਕਿਉਂਕਿ ਜਦੋਂ ਮਾਈਨਸ ਮਾਈਨਸ ਜਿਹੜੇ ਦੋਨੋਂ ਆਪਸ ਵਿੱਚ ਉਹ ਪਲੱਸ ਹੋ ਜਾਂਦੇ ਨੇ। ਇਸ ਤਰ੍ਹਾਂ ਜਿਹੜਾ ਹੈ ਡਿਫਰੈਂਸ਼ੀਏਸ਼ਨ ਦਾ ਤੁਸੀਂ ਫਸਟ ਫਾਰਮੂਲਾ ਜਿਹੜਾ ਹੈ ਉਹ ਅਪਲਾਈ ਕਰ ਸਕਦੇ ਹੋ। ਨਾਓ the second formula
for differentiation is, suppose we have y equal to c. c is a constant. मान लो कि y equal to 100, मेरे को y की वैल्यू 100 है, आगे x लगा ही नहीं, x नहीं लगा, x वेरिएबल है, वो है ही नहीं विच। ਇਹਦਾ मतलब कि y ਦੀ वैल्यू हमेशा कांस्टेंट रहेगी, क्योंकि जे x होंदा ते x ਦੇ ਅਕॉर्डिंग ਇਹਨੇ ਚੇਂਜ ਹੋਣਾ ਹੈ, ਤੇ ਜੇ वेरिएबल नहीं लगा ਇਹਦਾ मतलब y ਦੀ वैल्यू हमेशा फिक्स रहेगी। ਤੇ ਜਿਹੜੀ ਚੀਜ਼ कांस्टेंट ਹੁੰਦੀ ਹੈ ਉਹਦੇ ਵਿੱਚ ਕਦੀ ਵੀ ਚੇਂਜ ਨਹੀਂ ਆਂਦੀ। then if I say what is your dy by dx, ਤੁਹਾਨੂੰ ਕਿਹਾ ਜਾਵੇ ਕਿ डिफरेंशिएशन निकालो dy by dx, then what you will say, now this is dy by dx, y ਦੀ ਜਗ੍ਹਾ ਤੇ ਆ ਗਿਆ 100। now what is 100? 100 is a constant। ਤੇ ਜੇ ਇਹ ਕਾਂਸਟੈਂਟ ਹੈ ਇਹਦੇ ਵਿੱਚ ਕਦੀ ਚੇਂਜ ਨਹੀਂ ਆਏਗੀ, ਤੇ ਜੇ ਚੇਂਜ ਨਹੀਂ ਆਈ ਤੇ ਸਾਡੀ ਚੇਂਜ ਕਿੰਨੀ ਆਈ? ਸਾਡੀ 0। ਅਸੀਂ ਚੇਂਜ ਨਿਕਾਲ ਰਹੇ ਹਾਂ y ਵਿੱਚ, ਪਰ y ਦੀ ਵੈਲਿਊ ਤੇ 100 ਹੈ, ਕਾਂਸਟੈਂਟ। ਇਹਦਾ ਮਤਲਬ ਕਾਂਸਟੈਂਟ ਨੰਬਰ ਦੇ ਵਿੱਚ ਕਦੀ ਵੀ ਚੇਂਜ ਜਿਹੜੀ ਨਹੀਂ ਆਂਦੀ, ਤੇ ਕਾਂਸਟੈਂਟ ਨੰਬਰ ਦੀ ਡਿਫਰੈਂਸ਼ੀਏਸ਼ਨ ਜਿਹੜੀ ਹੈ ਹਮੇਸ਼ਾ ਹਮੇਸ਼ਾ ਲਈ ਉਹ 0 ਹੁੰਦੀ ਹੈ। ਇਹਨੂੰ ਤੁਸੀਂ ਆਪਣੇ ਮਾਈਂਡ 'ਚ ਰੱਖਣਾ ਹੈ। ਨਾਓ if I say this is the third one, ਜਿਹੜਾ ਪਿੱਛੇ ਕੀਤਾ ਉਹ ਸੈਕੰਡ ਫਾਰਮੂਲਾ ਸੀ ਕਿ ਕਾਂਸਟੈਂਟ ਦੀ ਡਿਫਰੈਂਸ਼ੀਏਸ਼ਨ ਸਾਡੀ 0 ਹੁੰਦੀ ਹੈ। now if I say y is equal to constant into function, ਮੰਨ ਲਓ ਕਿ y ਹੈਗਾ c ਤੇ ਫੰਕਸ਼ਨ ਦੋਨੋਂ ਚੀਜ਼ਾਂ ਲੱਗੀਆਂ, ਕਾਂਸਟੈਂਟ ਨੰਬਰ ਵੀ ਲੱਗਾ ਹੈ ਤੇ ਨਾਲ ਸਾਡੇ ਕੋਲ ਕੋਈ ਨਾ ਕੋਈ ਫੰਕਸ਼ਨ ਵੀ ਹੈ। ਫॉर एग्जांपल if I say y is equal to 5x square, ਇਹ ਸਾਡਾ ਫੰਕਸ਼ਨ ਹੋ ਗਿਆ, ਇਹ ਸਾਡਾ ਫੰਕਸ਼ਨ ਹੋ ਗਿਆ x square, ਤੇ ਆ ਸਾਡਾ ਜਿਹੜਾ ਹੈ ਕਾਂਸਟੈਂਟ ਲੱਗਾ। ਹੁਣ ਮਲਟੀਪਲਾਈ ਵੇਰੀਏਬਲ ਆ ਗਿਆ, ਹੁਣ x ਦੇ ਅਕੋਰਡਿੰਗ y ਦੀ ਜਿਹੜੀ ਵੈਲਿਊ ਹੈ ਉਹ ਚੇਂਜ ਹੋਏਗੀ। ਇਸ ਤਰ੍ਹਾਂ ਦੇ ਕੁਐਸਚਨ ਨੂੰ ਕਿਵੇਂ ਹੱਲ ਕਰਨਾ ਹੈ ਧਿਆਨ ਦੇਣਾ ਹੈ। ਇਹ ਸਾਡਾ ਕਾਂਸਟੈਂਟ ਨਾਲ ਸਾਡਾ ਵੇਰੀਏਬਲ ਲੱਗਾ ਹੈ, ਉਦੋਂ ਅਸੀਂ ਕਿਵੇਂ ਹੱਲ ਕਰਨਾ ਹੈ। ਨਾਓ ਦਿਸ ਇੰਪਲਾਈ, ਜੇ ਅਸੀਂ ਫਾਈਂਡ ਕੀ ਕਰਨਾ ਹੈ dy by dx, ਜੇ dy by dx ਨੂੰ ਫਾਈਂਡ ਆਊਟ ਕਰਨਾ ਹੈ then what will you do? ਸਭ ਨਾਲ ਪਹਿਲਾਂ ਤੇ ਇਹਨੂੰ as it is ਲਿਖੋਗੇ ਤੇ y ਦੀ ਜਗ੍ਹਾ ਦੇ ਉੱਤੇ ਅਸੀਂ ਲਿਖਾਂਗੇ 5x square, ਇਹ ਸਾਡੀ y ਦੀ ਸਾਡੀ ਇੱਥੇ ਵੈਲਿਊ ਆ ਜਾਏਗੀ। ਨਾਓ ਇਹਨਾਂ ਵਿੱਚੋਂ ਜਿਹੜਾ ਕਾਂਸਟੈਂਟ ਹੈ ਉਹਦੇ ਵਿੱਚ ਚੇਂਜ ਨਹੀਂ ਆਂਦੀ, ਤੇ ਇਹ ਯਾਦ ਕਰ ਲੈਣਾ ਹੈ ਕਿ ਜਿਹੜਾ ਸਾਡਾ 5 ਹੈ 5 ਨੂੰ ਡਿਫਰੈਂਸ਼ੀਏਸ਼ਨ ਦੇ ਵਿੱਚੋਂ ਬਾਹਰ ਕੱਢ ਦੇਣਾ ਹੈ, 5 ਨੂੰ ਚੁੱਕ ਕੇ ਬਾਹਰ ਲੈ ਕੇ। ਇਹ ਬਹੁਤ ਹੀ ਇੰਪੋਰਟੈਂਟ ਸਟੈਪ ਹੈ, ਇਹਨੂੰ ਨੋਟ ਕਰ ਲਓ ਸਾਰੇ ਜਣੇ, ਬਹੁਤ ਹੀ ਜ਼ਿਆਦਾ ਹੈ ਕਿ ਜਿਹੜੀ ਵੀ ਕਾਂਸਟੈਂਟ ਚੀਜ਼ ਲੱਗੀ ਹੋਏਗੀ ਵੇਰੀਏਬਲ ਦੇ ਨਾਲ ਉਹਨੂੰ ਤੁਸੀਂ ਕੀ ਕਰਨਾ ਹੈ ਡਿਫਰੈਂਸ਼ੀਏਸ਼ਨ ਦੇ ਵਿੱਚੋਂ ਬਾਹਰ ਨਿਕਾਲ ਦੇਣਾ ਹੈ। ਤੇ ਜੇ ਆ ਨਾ ਲੱਗਾ ਹੁੰਦਾ ਕੱਲਾ ਹੀ 5 ਹੁੰਦਾ ਤੇ ਕੱਲਾ ਹੀ 5 ਹੈ ਤੇ ਉਹਦੀ ਡਿਫਰੈਂਸ਼ੀਏਸ਼ਨ ਜਿਹੜੀ ਹੈ ਉਹ ਸਿੱਧੀ 0, ਕਿਉਂਕਿ 5 ਕਾਂਸਟੈਂਟ ਹੈ, ਉਹ ਚ ਕੋਈ ਚੇਂਜ ਨਹੀਂ ਆਏਗੀ ਤੇ dy by dx ਸਾਡਾ 0 ਆਏਗਾ। ਪਰ ਜੇ ਨਾਲ ਵੇਰੀਏਬਲ ਲੱਗਾ ਹੈ ਤੇ ਕਾਂਸਟੈਂਟ ਨੂੰ ਪਹਿਲਾਂ ਡਿਫਰੈਂਸ਼ੀਏਸ਼ਨ ਚੋਂ ਬਾਹਰ ਕੱਢ ਦੋ ਤੇ ਬਾਕੀ ਸਾਡੇ ਕੋਲ ਕੀ ਬਚਿਆ 5 ਦਾ 5 ਮਲਟੀਪਲਾਈ। ਹੁਣ ਆਪਣੇ ਆਪ ਤੁਸੀਂ ਸੋਚ ਸਕਦੇ ਹੋ ਕਿ ਇਹਦੀ ਡਿਫਰੈਂਸ਼ੀਏਸ਼ਨ ਕਿੰਨੀ ਹੋਏਗੀ। ਨਾਓ ਇਟਸ ਡਿਫਰੈਂਸ਼ੀਏਸ਼ਨ ਕਿਹੜਾ ਫਾਰਮੂਲਾ ਲਗਾਓਗੇ? ਨੰਬਰ 1 ਵਾਲਾ, ਪਾਵਰ ਹੈਗੀ ਹੈ ਦੇਖੋ, ਪਾਵਰ ਨੀਚੇ ਤੇ ਪਾਵਰ ਵਿੱਚੋਂ 1 ਮਾਈਨਸ ਕਰਤਾ, 2 minus 1 1 and 5 2 ਜਾ 10x। this is the value of dy by dx। ਕਿੰਨੀ ਵੈਲਿਊ ਆ ਗਈ ਸਾਡੇ ਕੋਲ 10x। ਨਾਓ ਇਸੇ ਤਰੀਕੇ ਨਾਲ ਇਹਦੀ ਇੱਕ ਹੋਰ ਐਗਜ਼ਾਮਪਲ ਜਿਹੜੀ ਆਪਾਂ ਲੈ ਲੈਨੇ ਆ। ਮੰਨ ਲਓ ਕਿ y equal to ਸਾਡੇ ਕੋਲ ਜਿਹੜਾ ਹੈ 10x ਹੈ। then how to solve? ਸਭ ਨਾਲ ਪਹਿਲਾਂ ਦੇਖਣਾ ਹੈ ਕਾਂਸਟੈਂਟ ਵੀ ਲੱਗਾ ਹੈ ਤੇ ਨਾਲ ਕੋਈ ਨਾ ਕੋਈ ਫੰਕਸ਼ਨ ਲੱਗਾ ਹੈ। then
ਸਾਡੇ ਕੋਲ dy by dx will be equal to y ਦੀ ਜਗ੍ਹਾ ਤੇ ਅਸੀਂ ਪਹਿਲਾਂ ਲਿਖਾਂਗੇ tan x। ਉਸ ਤੋਂ ਬਾਅਦ ਜਿਹੜੀ ਕਾਂਸਟੈਂਟ ਚੀਜ਼ ਹੈ ਉਹਨੂੰ ਵਿੱਚੋਂ ਅਸੀਂ ਬਾਹਰ ਨਿਕਾਲ ਦਾਂਗੇ ਤੇ ਸਾਡੇ ਕੋਲ ਕਿੰਨਾ ਬਚ ਗਿਆ dx by dx। tan ਬਾਹਰ ਆ ਗਿਆ, ਅੱਗੇ ਰਹਿ ਗਿਆ dx by dx। ਨਾਓ ਇਸ ਚੀਜ਼ ਨੂੰ ਨੋਟ ਕਰਨਾ ਹੈ। ਵੈਸੇ ਤੁਹਾਨੂੰ ਲੱਗਦਾ ਹੈ ਵੀ dx ਨਾਲ dx ਜਿਹੜਾ ਉਹ ਕੱਟਿਆ ਗਿਆ। ਨਾਓ ਵੈਸੇ ਇਹਨੂੰ ਹੱਲ ਕਿਵੇਂ ਕਰਨਾ ਹੈ? ਪਾਵਰ ਕਿੰਨੀ ਹੈ 1। ਜੇ ਪਾਵਰ 1 ਹੈ ਤੇ ਸਾਨੂੰ ਪਤਾ ਹੈ ਕਿ ਪਾਵਰ ਨੀਚੇ ਆ ਗਈ, ਫਿਰ x ਲਿਖਾਂਗੇ ਤੇ ਪਾਵਰ ਵਿੱਚੋਂ 1 ਮਾਈਨਸ ਕਰਤਾ। ਫਾਰਮੂਲਾ ਅਸੀਂ ਪਾਵਰ ਵਾਲਾ ਹੀ ਲਗਾ ਰਹੇ ਹਾਂ। ਪਾਵਰ ਨੀਚੇ ਆ ਗਈ, ਪਾਵਰ ਵਿੱਚੋਂ 1 ਮਾਈਨਸ ਕਰਤਾ ਤੇ ਸਾਡੇ ਕੋਲ ਕਿੰਨਾ ਆ ਜਾਏਗਾ x ਦੀ ਪਾਵਰ 0। 10 into 1 10, x ਦੀ ਪਾਵਰ 0 ਤੇ ਕਿਸੇ ਦੀ ਪਾਵਰ 0 ਹੋਵੇ ਉਹਦਾ ਮਤਲਬ ਕਿੰਨਾ ਹੁੰਦਾ ਹੈ 1 and we get only 10। ਕਹਿਣ ਦਾ ਮਤਲਬ ਕਿ ਸਾਡੇ ਕੋਲ ਇਹਦੀ ਡਿਫਰੈਂਸ਼ੀਏਸ਼ਨ ਕਿੰਨੀ ਆਏਗੀ dx by dx। ਇਹਦੀ ਡਿਫਰੈਂਸ਼ੀਏਸ਼ਨ ਆਏਗੀ ਸਾਡੇ ਕੋਲ 1। ਇਹ ਯਾਦ ਰੱਖਣਾ ਹੈ, ਉੱਪਰ ਥੱਲੇ ਸੇਮ ਹੋ ਜੇ ਤੇ ਉਹਦੀ ਡਿਫਰੈਂਸ਼ੀਏਸ਼ਨ ਜਿਹੜੀ ਆਂਦੀ ਹੈ ਉਹ ਸਾਡੇ ਕੋਲ 1 ਆਂਦੀ ਹੈ। ਵਾਟ ਇਜ਼ ਦ ਡਿਫਰੈਂਸ਼ੀਏਸ਼ਨ dy by dy? ਉਹ ਵੀ ਸਾਡੇ ਕੋਲ ਜਿਹੜੀ ਹੈ ਉਹ 1 ਆ ਜਾਏਗੀ। ਨਾਓ ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈ ਨੈਕਸਟ ਜਿਹੜਾ ਫਾਰਮੂਲਾ ਨੰਬਰ 4। ਇਸ ਫਾਰਮੂਲੇ ਦੇ ਵਿੱਚ ਜਿਹੜਾ ਹੈ ਅਸੀਂ ਦੋ ਨੰਬਰਸ ਦੀ ਜਿਹੜੀ ਹੈ ਸਮ ਬਾਰੇ ਅਸੀਂ ਡਿਸਕਸ ਕਰਾਂਗੇ। ਮੰਨ ਲਓ y equal to u plus v। ਦੋ ਨੰਬਰ ਨੇ u ਤੇ v, ਇੱਕ ਆ ਫੰਕਸ਼ਨ ਇੱਕ ਆ ਫੰਕਸ਼ਨ। ਦੋ ਫੰਕਸ਼ਨ ਦਾ ਸਮ ਜਾਂ ਦੋ ਫੰਕਸ਼ਨ ਦਾ ਸਾਡੇ ਕੋਲ ਜਿਹੜਾ ਹੈ ਡਿਫਰੈਂਸ ਹੈ, ਉਦੋਂ ਅਸੀਂ dy by dx ਨਿਕਾਲਣਾ ਹੈ ਤੇ ਅਸੀਂ ਕੀ ਕਰਾਂਗੇ d by dx ਤੇ ਇਹਦੀ ਜਗ੍ਹਾ ਦੇ ਉੱਤੇ ਅਸੀਂ ਵੈਲਿਊ ਭਰ ਦਾਂਗੇ। ਪਹਿਲਾਂ y ਦੀ ਵੈਲਿਊ ਭਰ ਦਾਂਗੇ, ਉਸ ਤੋਂ ਬਾਅਦ du by dx ਵੱਖਰਾ ਕਰ ਦਾਂਗੇ, ਪਲੱਸ ਮਾਈਨਸ dv by ਜਿਹੜਾ ਹੈ dx ਅਸੀਂ ਵੱਖਰਾ ਸੈਪਰੇਟ ਕਰ ਦਾਂਗੇ। ਨਾਓ ਇਹਦੇ ਬਾਰੇ ਜਿਹੜਾ ਹੈ ਮੈਂ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਹੈ ਮੈਂ ਡਿਸਕਸ ਕਰੂੰਗਾ। ਆਈ ਹੋਪ ਕਿ ਤੁਹਾਨੂੰ ਅੱਜ ਜਿਹੜਾ ਹੈ ਡਿਫਰੈਂਸ਼ੀਏਸ਼ਨ ਬਾਰੇ ਕੁਝ ਨਾ ਕੁਝ ਪਤਾ ਲੱਗਾ। ਇਹਦਾ ਫਿਜ਼ੀਕਲ ਮੀਨਿੰਗ ਜ਼ਰੂਰ ਯਾਦ ਰੱਖਣਾ ਹੈ, ਸਲੋਪ ਕੱਢਣ ਦੇ ਕੰਮ ਆਉਂਦਾ ਹੈ ਤੇ ਇਹ ਕਿੱਥੇ ਕਿੱਥੇ ਯੂਜ਼ ਹੁੰਦਾ ਹੈ। ਇਹ ਸਾਡੀ ਫਿਜ਼ਿਕਸ ਦੀ ਜਿਹੜੀ ਸਟੱਡੀ ਹੈ ਹਰ ਜਗ੍ਹਾ ਦੇ ਉੱਤੇ ਡਿਫਰੈਂਸ਼ੀਏਸ਼ਨ ਦੀ ਲੋੜ ਪਏਗੀ ਤੇ ਇਹਦੀ ਜਿਹੜੀ ਡਿਸਕਸ਼ਨ ਜਿਹੜੀ ਹੈ ਕੰਟੀਨਿਊ ਹੈ। ਅਸੀਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਇਹਨੂੰ ਡਿਸਕਸ ਕਰਾਂਗੇ। ਥੈਂਕ ਯੂ।